सतनाम करता पुरख निर्भव निर्वैर अकाल मूरत अजूनी सैभं गुर प्रसाद। ज्ञान ध्यान किछ कर्म ना जाना, नाहि न निर्मल करनी। साध संगत के अंचल लावो, बिखम नदी जाए तरनी। साध संगत के अंचल लावो, बिखम नदी जाए तरनी। सतनाम वाहिगुरु साहिब जियो। सूही महला पंजवा, तुद चित आए महा आनंदा। जिस विसरें सो मर जाए, दयाल होवें जिस ऊपर करते। सो तुद सदा त्याए, तुद चित आए महाआनंदा। जिस विसरें सो मर जाए, दयाल होवें जिस ऊपर करते। सो तुद सदा त्याए। मेरे साहिब तू मैं मान निमाणी, अरदास करीं प्रभ अपने आगे। सुन सुन जीवा तेरी बाणी, रहा चरण धूड़ तेरे जन की होवा। तेरे दर्शन को बल जाई, अमृत बचन हृदय उर तारी। तौ कृपा ते संग पाई, अंतर की गत तुद पहसारी। तुद जेवड अवर ना कोई, जिसनो लाए लहें सो लागै। भगत तुहारा सोई, दुए कर जोड़ मांगू एक दाना। साहिब तुठै पावां, सास सास नानक आराधे। आठ पहर गुण गावां, दुए कर जोड़ मांगू एक दाना। साहिब तुठै पावां, सास सास नानक आराधे। आठ पहर गुण गावां। वाहिगुरु जी का खालसा, वाहिगुरु जी की फतेह। जुगो जुग टल शब्द सतगुरु धन धन गुरु ग्रंथ साहिब जी। गुरुदेव पातशाह जी की अजीम अपार बख्शिश। संध्या समय असी सत्संगत मान रहे हैं। खास तौर पर अज कैनेडा डे, जो इस कैनेडियन सोयल नो एज ए कंट्री उसकी एनिवर्सरी सैलीब्रेशन के तौर पर असी ये दिन को याद करते हैं। आप समूह नूं जो इस कैनेडियन सोयल के उत्ते इस खिते की
ਪ੍ਰੋਸਪੈਰਿਟੀ ਇਸ ਖਿੱਤੇ ਦੀ, ਆਬੋ ਹਵਾ, ਇਸ ਸਾਰੇ ਇਨਵਾਇਰਮੈਂਟ ਨੂੰ, ਇਸ ਸਾਰੇ ਜਿਹਨੂੰ ਕਿਹਾ ਜਾਏ ਕਿ ਗਲੋਰੀ ਨੂੰ ਇੰਜੋਏ ਕਰ ਰਹੇ ਹੋ। ਆਪ ਸਭ ਨੂੰ ਮੁਬਾਰਕਬਾਦ। ਸ਼ੁਕਰਗੁਜ਼ਾਰੀ ਹੈ ਤੁਸ ਦਾਤੇ ਦੀ ਜਿਸ ਨੇ ਇਹੋ ਜਿਸ ਖਿੱਤੇ ਨੂੰ ਸਾਡੇ ਤੁਹਾਡੇ ਰਹਿਣ ਵਾਸਤੇ ਸਾਨੂੰ ਬਖਸ਼ਿਆ ਹੈ। ਇਹਦੀ ਚੜ੍ਹਦੀ ਕਲਾ ਲਈ ਦਿਲੀ ਅਰਦਾਸ ਕਰਦੇ ਹਾਂ ਅਤੇ ਵੀ ਅਰਦਾਸ ਕਰਦੇ ਹਾਂ ਜੋ ਸਿੱਖੀ ਦੀਆਂ ਵੈਲਿਊਜ਼ ਨੇ, ਜੋ ਕਿ ਇਸ ਕੈਨੇਡੀਅਨ ਕਲਚਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਿਲਕੁਲ ਉਹਦੇ ਨਾਲ ਅਲਾਈਨ ਕਰਦੀਆਂ ਨੇ, ਉਹਨਾਂ ਹੀ ਵੈਲਿਊਜ਼ ਨੂੰ ਆਲਮੋਸਟ ਪੂਰਾ ਗਲੋਬ ਅਵੇਲ ਕਰੇ, ਇੰਜੋਏ ਕਰੇ ਅਤੇ ਉਹਨੂੰ ਅਸੀਂ ਚਾਰ ਚੁਫੇਰੇ ਫੈਲਾਅ ਵਿੱਚ ਵੇਖ ਸਕੀਏ। ਇਹ ਸ਼ਾਮ ਦਾ ਸਮਾਂ ਗੁਰਦਰਬਾਰ ਜੋ ਰੋਜ਼ ਦੀਵਾਨ ਚੱਲਦਾ ਹੈ ਉਸ ਨੂੰ ਅਸੀਂ ਮਾਣ ਪਾ ਰਹੇ ਹਾਂ। ਗੁਰਬਾਣੀ ਵਿਆਖਿਆਨ ਦਾ ਸਮਾਂ ਹੈ। ਸੋਹੀ ਰਾਗ ਦੀ ਰਚਨਾ ਵਿਚਾਰ ਗੋਚਰੇ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦਾ ਪਾਵਨ ਸੰਦੇਸ਼ ਹੈ। ਵਿਚਾਰ ਹਮੇਸ਼ਾ ਦੀ ਤਰ੍ਹਾਂ ਮੁੱਖ ਸੁਨੇਹੇ ਤੋਂ ਅਸੀਂ ਪ੍ਰਾਰੰਭ ਕਰਦੇ ਹਾਂ। ਸਾਹਿਬ ਜ਼ਿਕਰ ਕਰ ਰਹੇ ਸੀਗੇ, ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭੇ ਆਪਣੇ ਆਗੈ, ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਓ। ਬੜਾ ਭਾਵਪੂਰਤ, ਜਿਹਨੂੰ ਕਿਹਾ ਜਾਏ ਕਿ ਬੜੀ ਸਿਗਨੀਫਿਕੇਸ਼ਨ ਨਾਲ ਭਰਿਆ ਹੋਇਆ ਇਹ ਬਚਨ ਆ ਗੁਰੂ ਮਹਾਰਾਜ ਜੀ ਦਾ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ। ਜਿਵੇਂ ਇਸ ਢੰਗ ਨਾਲ ਦੇਖਿਆ ਜਾਏ, ਗੁਰਬਾਣੀ ਨੇ ਦੋ ਤਰ੍ਹਾਂ ਦੀ ਮੈਂ ਦੀ ਗੱਲ ਕੀਤੀ ਹੈ। ਤੂੰ ਮੈਂ ਮਾਣ ਨਿਮਾਣੀ, ਜਿਹਨੂੰ ਅਸੀਂ ਅੱਜ ਦੇ ਲਿਟਰੇਚਰ ਦੇ ਵਿੱਚ ਇਹ ਦੇਖਦੇ ਹੈਗੇ ਹਾਂ ਕਿ ਵੀ ਹੈਵ ਟੂ ਈਗੋ ਰਿਫਲੈਕਸ਼ਨਸ, ਵਨ ਇਜ਼ ਬੈਡ, ਵਨ ਇਜ਼ ਗੁੱਡ। ਇੱਕ ਬੂਸਟ ਹੋਏਗੀ, ਤੁਸੀਂ ਆਪਣੇ ਜੀਵਨ ਦੀ ਚੜ੍ਹਦੀ ਕਲਾ ਵੇਖੋਗੇ, ਯੂ ਕੈਨ ਸੀ ਸਮ ਕਾਈਂਡ ਆਫ ਅਪਲਿਫਟਿੰਗ। ਇੱਕ ਬੂਸਟ ਹੋਏਗੀ, ਯੂ ਗੋਨਾ ਸੀ ਸਮ ਕਾਈਂਡ ਆਫ ਡਾਊਨਫਾਲ। ਸੋ ਇਹਦੇ ਉੱਤੇ ਜਿਹੜੀ ਬਾਤ ਹੋ ਰਹੀ ਇਸ ਤਰੀਕੇ ਨਾਲ, ਇਹ ਜੇ ਐਕਚੁਅਲ ਲੈਵਲ 'ਤੇ ਦੇਖਿਆ ਜਾਏ ਤਾਂ ਜਿਹੜਾ ਸਾਈਮਨ ਫਰਾਇਡ ਦਾ ਇੱਕ ਈਗੋ ਅਤੇ ਸੁਪਰ ਈਗੋ ਦਾ ਕੌਨਸੈਪਟ ਸੀਗਾ, ਉਹਦੀ ਇੱਕ ਫਰਦਰ ਜਿਹੜੀ ਕੁਝ ਡਾਇਮੈਂਸ਼ਨਸ ਦੇ ਵਿੱਚ ਲੋਕਾਂ ਨੇ ਅੰਡਰਸਟੈਂਡ ਕੀਤਾ ਇਸ ਚੀਜ਼ ਨੂੰ। ਗੁਰਬਾਣੀ ਕਿਉਂਕਿ ਇਹ ਤਾਂ ਯੂਨੀਵਰਸਲ ਇੱਕ ਰਿਐਲਿਟੀ ਨੂੰ ਸਾਡੇ ਸਾਹਮਣੇ ਸ਼ਬਦਾਂ ਵਿੱਚ ਪਰੋਇਆ ਗੁਰੂ ਬਾਬਾ ਜੀ ਨੇ। ਮੈਂ ਬਿਲਕੁਲ ਬਹੁਤ ਪਹਿਲੇ ਬਾਣੀਕਾਰ ਪੰਜਾਬ ਦੀ ਫਿਜ਼ਾਨ ਦੇ ਵਿੱਚ ਭਗਤ ਫਰੀਦ ਜੀ ਤੋਂ ਬਾਤ ਸ਼ੁਰੂ ਕਰਦਾ ਹਾਂ। ਭਗਤ ਫਰੀਦ ਜੀ ਨੇ ਜਦੋਂ ਬਾਤ ਕੀਤੀ ਮੈਂ ਦੀ, ਤੇ ਉਹ ਜ਼ਿਕਰ ਕਰਦੇ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਬੰਦੇ ਵਿੱਚ ਮੈਂ ਹੋਏ ਤੇ ਬੰਦਾ ਤੇ ਦੁਖੀ ਹੋਏਗਾ, ਕਿਉਂਕਿ ਹਉ ਮੈਂ ਦੀਰਘ ਰੋਗ ਹੈ। ਇਹ ਤੇ ਬੜੀ ਵੱਡੀ ਅਲਾਮਤ ਆ। ਇੱਥੇ ਭਗਤ ਫਰੀਦ ਜੀ ਕਹਿੰਦੇ ਨਹੀਂ ਨਹੀਂ, ਇਸ ਮੈਂ ਨਾਲ ਸੁਖ ਹੋਏਗਾ। ਇਸ ਬਚਨ ਨੂੰ ਫਿਰ ਦੇਖੋ ਧਿਆਨ ਨਾਲ। ਇਹ ਫਿਰ ਮੈਂ ਬੇਨਤੀ ਕਰਾਂਗਾ, ਇਟਸ ਕਾਈਂਡ ਆਫ ਲਫ਼ਜ਼ਾਂ ਦੀ ਖੇਡ ਹੀ ਲੱਗਦੀ ਹੈ ਸਾਰੀ, ਪਰ ਵੰਸ ਵੀ ਆਰ ਏਬਲ ਟੂ grab the message and afterward we can manifest, then definitely ਜਿਹੜਾ ਫਰੂਟ ਆ ਇਹਦਾ ਉਹ ਬੜਾ ਸਵੀਟ ਆ। ਉਹਦੇ ਵਿੱਚੋਂ ਹੀ ਐਕਚੁਅਲ ਲੈਵਲ 'ਤੇ ਬੰਦਾ ਜ਼ਿੰਦਗੀ ਦੀ ਜਿਹੜੀ ਅਸਲ ਐਸੈਂਸ ਆ, ਜਿਹੜਾ ਅਸਲ ਉਹਦਾ ਜਿਹੜਾ ਸਬਸਟੈਂਸ ਆ, ਉਹਨੂੰ ਇੰਜੋਏ ਕਰਨ ਦੇ ਕਾਬਿਲ ਬਣਦਾ ਹੈ। ਇੱਥੇ ਗੁਰੂ ਮਹਾਰਾਜ ਜ਼ਿਕਰ ਕਰਦੇ, ਮੇਰੇ ਸਾਹਿਬ ਤੂੰ ਮੈਂ ਮਾਣ ਨਹੀਂ ਮਾਣੀ। ਕਿਸ ਮੈਂ ਦੀ ਗੱਲ ਹੋ ਰਹੀ ਇਹਦੇ 'ਚ? ਜਿਸ ਮੈਂ ਨੂੰ ਮਾਣ ਮਿਲ ਰਿਹਾ। ਪਹਿਲਾਂ ਤੇ ਨਿਮਾਣਾ ਸੀ, ਪਰ ਉਸ ਨਿਮਾਣੇ ਨੂੰ ਤੂੰ ਮਾਣ ਦਿੱਤਾ। ਉਹ ਮੈਂ ਕਿਹੜੀ ਹੈ? ਹੁਣ ਇਹਨੂੰ ਜ਼ਿਕਰ ਕੀਤਾ ਕਿ ਆਪ ਸਵਾਰੈ ਮੈਂ ਮਿਲੈ। ਹੁਣ ਆਪਣੇ ਆਪ ਨੂੰ ਸਵਾਰ ਕੇ ਇੱਕ ਅਸਲ ਮੈਂ ਨਾਲ, ਆਪਣੇ ਆਪੇ ਨਾਲ ਦਰਸ਼ਨ ਹੁੰਦੇ ਨੇ। ਹੂ ਐਮ ਆਈ, ਮੈਂ ਅਸਲ ਵਿੱਚ ਕੌਣ ਹਾਂ? ਅਸੀਂ ਗਲਤ ਚੀਜ਼ ਨੂੰ ਕਈ ਵਾਰੀ ਮੈਂ ਬਣਾ ਲੈਂਦੇ ਹਾਂ। ਜਿਵੇਂ ਇਹਨੂੰ ਸਿੰਪਲ ਕਰ ਲਿਆ ਜਾਏ ਕਿ ਕੋਈ ਕੱਪੜਾ ਆ, ਕੋਈ ਬਰਤਨ ਆ, ਕੋਈ ਐਨੀ ਕਾਈਂਡ ਆਫ ਐਕਚੁਅਲੀ ਆਰਟੀਕਲ ਥਿੰਗ ਯੂ ਕੈਨ ਨੇਮ ਇਨ ਦਿਸ ਵਰਲਡ, ਅਤੇ ਉਸ ਨੂੰ ਕਿਸੇ ਤਰੀਕੇ ਦੀ ਕੋਈ ਫਿਲਥ, ਕੋਈ ਮੈਲ ਕੁਝ ਲੱਗ ਗਿਆ। ਹੁਣ ਭਾਂਡਾ ਆ,
ਤੇ ਭਾਂਡੇ ਦਾ ਤੁਸੀਂ ਰੂਪ ਦੇਖੋ। ਯੂ ਮਾਈਟ ਹੈਵ ਸੀਨ, ਸਾਡੇ 'ਚੋਂ ਕਿਸੇ ਨੇ ਕਦੀ ਜਿਹੜਾ ਲਿਬਰਟੀ ਸਟੈਚੂ ਦੇਖਿਆ ਹੋਇਆ USA ਦੇ ਵਿੱਚ, ਜਾਂ ਇਹੋ ਜਿਹੀ ਤੁਸੀਂ ਹੋਰ ਕਿਤੇ ਇਹੋ ਜਿਹੀਆਂ ਬਿਲਡਿੰਗਸ, ਇਹੋ ਜਿਹੇ ਸਟੈਚੂਜ਼ ਵਗੈਰਾ ਦੇਖੇ ਹੋਣ, ਉਹ ਮੋਸਟਲੀ ਕਾਪਰ ਦੇ ਬਣੇ ਨੇ। ਜਿਹੜੇ ਕਾਪਰ ਦੇ ਬਣੇ ਹੈਗੇ ਨੇ, ਵਕਤ ਪਾ ਕੇ ਕੀ ਹੁੰਦਾ ਹੈ ਕਿ ਕਾਪਰ ਨੂੰ ਜਿਹੜੀ ਮੋਇਸਚਰ ਅਤੇ ਬਾਹਰ ਦੇ ਉਸ ਐਕਸਪੋਜ਼ਰ ਦੇ ਨਾਲ ਉਹਨੂੰ ਇੱਕ ਮੈਲ ਲੱਗ ਜਾਂਦੀ ਹੈ। ਹੁਣ ਤੁਸੀਂ ਦੇਖੋਗੇ ਉਹ ਕਾਪਰ ਦਾ ਰੰਗ ਤਾਂ ਹੁੰਦਾ ਆ ਕਾਈਂਡ ਆਫ ਜਿਹੜਾ ਹੈਗਾ ਥੋੜ੍ਹਾ ਜਿਹਾ ਪੀਲਾ, ਥੋੜ੍ਹਾ ਜਿਹਾ ਯੈਲੋਇਸ਼ ਜਿਹਾ ਅਤੇ ਗੋਲਡਨ ਕਾਈਂਡ ਆਫ, ਪਰ ਉਹ ਸਾਰਾ ਗ੍ਰੀਨ ਆ। ਹੋਇਆ ਕਿ ਜਿਹੜਾ ਉਹਦਾ ਰੀਅਲ ਕਲਰ ਆ ਉਹ ਉਸ ਨੂੰ ਮੈਲ ਵਾਲੇ ਕਲਰ 'ਚ ਕਨਵਰਟ ਹੋ ਗਿਆ। ਹੁਣ ਜੇ ਕੋਈ ਇਹ ਕਹੇ ਵੀ ਕਾਪਰ ਦਾ ਕਲਰ ਜਿਹੜਾ ਆ ਉਹ ਤਾਂ ਗ੍ਰੀਨ ਹੁੰਦਾ ਆ, ਜਿਵੇਂ ਉਸ ਤਰੀਕੇ ਨਾਲ, ਐਕਚੁਅਲੀ ਗ੍ਰੀਨ ਕਲਰ ਉਹਦਾ ਨਹੀਂ ਹੈਗਾ, ਉਹ ਤਾਂ ਮੈਲ ਦਾ ਕਲਰ ਆ। ਜਿਵੇਂ ਕੋਈ ਭਾਂਡਾ ਆ ਅਤੇ ਉਸ ਨੂੰ ਕੋਈ ਮੈਲ ਲੱਗਦੀ ਹੈ ਅਤੇ ਉਹਦਾ ਰੀਅਲ ਕਲਰ ਗਵਾਚ ਜਾਂਦਾ, ਅਤੇ ਉਹ ਫਿਰ ਜਿਹੜੀ ਮੈਲ ਆ ਉਹੀ ਉਹਨੂੰ ਕਹਿ ਲਈ ਵੀ ਇਹੀ ਉਹਦਾ ਕਲਰ ਆ। ਜੇ ਕੋਈ ਉਸ ਮੈਲ ਨੂੰ ਉਤਾਰੇ ਤਾਂ ਕਲਰ ਡਿਫਰੈਂਟ ਹੋ ਜਾਂਦਾ। ਫਿਰ ਬੰਦਾ ਕਹੇ ਵੀ ਨਹੀਂ ਨਹੀਂ ਨਹੀਂ, ਐਕਚੁਅਲੀ ਇਹ ਖਰਾਬ ਹੋ ਰਿਹਾ। ਖਰਾਬ ਨਹੀਂ ਹੋ ਰਿਹਾ, ਅਸਲ 'ਚ ਆਪਣੇ ਰੀਅਲ ਕਲਰ 'ਚ ਆ ਰਿਹਾ। ਸਾਡੀ ਜਿਹੜੀ ਰੀਅਲ ਸੈਲਫ ਆ, ਜਿਹੜਾ ਐਕਚੁਅਲ, ਮਾਫੀ ਮੰਗਾਂਗਾ, ਸਾਡੇ ਕਈ ਵਾਰੀ ਉਹ ਜਿਹੜੀ ਸਾਡੀ ਇੱਕ ਦੂਜੇ ਨੂੰ ਡਿਸਕ੍ਰਾਈਬ ਕਰਨ ਵਾਲੇ ਵਰਡਸ ਵੀ ਹੁੰਦੇ ਨੇ, ਉਹ ਵੀ ਬੜੇ ਡਿਫਰੈਂਟ ਹੁੰਦੇ ਨੇ। ਕੋਈ ਬੰਦਾ ਕੋਈ ਵੀਕਨੈਸ ਸ਼ੋਅ ਕਰੇ ਨਾ, ਅਤੇ ਅਸੀਂ ਉਹਨੂੰ ਜਸਟੀਫਾਈ ਕਰਨ ਵਾਸਤੇ ਇਹ ਗੱਲ ਕਹਿੰਦੇ ਹਾਂ, ਐਂਡ ਆਫ ਦਾ ਡੇ ਵੀ ਆਰ ਹਿਊਮਨ ਬੀਇੰਗ, ਸੋ ਵੀ ਹੈਵ ਦੀਜ਼ ਵੀਕਨੈਸਿਸ। ਮੀਨ ਇਜ਼ ਇਟ, ਇਹ ਇੱਕ ਸੱਚ ਆ ਕਿ ਸਾਡੀ ਜਿਹੜੀ ਹੈਗੀ ਰੀਅਲ ਪਿਕਚਰ ਇਹ ਹੈਗੀ ਹੈ, ਅਸੀਂ ਬਣਾ ਲਈ ਹੈ। ਜਿਹੜੀ ਹਿਊਮਨ ਦੀ ਅਸਲ ਪਿਕਚਰ ਆ ਉਹ ਤੇ ਫੁੱਲ ਵਿਦ ਵਰਚੂਜ਼ ਆ, ਕੁਆਲਿਟੀਜ਼ ਆ, ਉਹ ਤੇ ਖੂਬੀਆਂ ਨਾਲ ਭਰੀ ਹੋਈ ਹੈ। ਪਰ ਕਿਉਂਕਿ ਅਸੀਂ ਉਸ ਚੀਜ਼ ਨੂੰ ਛੱਡ ਦਿੱਤਾ, ਸਾਡੀ ਰੀਅਲ ਮੈਂ ਕੀ ਬਣ ਗਈ? ਸਾਡੀ ਰੀਅਲ ਮੈਂ ਬਣ ਗਈ ਗੁੱਸਾ, ਅਹੰਕਾਰ, ਵਾਸ਼ਨਾ, ਤ੍ਰਿਸ਼ਨਾ, ਈਰਖਾ, ਡਰ, ਦੁਆਖ, ਇਹ ਸਾਰਾ ਕੁਝ ਇਹ ਸਾਨੂੰ ਕਹਿ ਲਓ ਕਿ ਓਵਰਲੈਪ ਕਰ ਗਿਆ। ਜਦੋਂ ਓਵਰਲੈਪ ਕਰ ਗਿਆ ਅਤੇ ਬੰਦਾ ਇਹਦੇ ਨਾਲ ਸਟਰਗਲ ਕਰੀ ਜਾਂਦਾ, ਅਤੇ ਇਸ ਨੂੰ ਆਪਣੀ ਰੀਅਲ ਮੈਂ ਬਣਾ ਲਈ ਕਿ ਹਾਂ ਮੈਂ ਆ ਹੈਗਾ ਆ। ਭਗਤ ਫਰੀਦ ਜੀ ਕਹਿੰਦੇ, ਕਿਉਂ ਨਹੀਂ ਮੇਰੇ ਨਾਲ ਰਲ ਕੇ ਕੰਮ ਕਰਦਾ ਥੋੜ੍ਹਾ ਜਿਹਾ ਆਪਣੇ ਆਪ 'ਤੇ? ਆਪ ਸਵਾਰੈਂ, ਆਪਣੇ ਆਪ ਨੂੰ ਸਵਾਰ। ਹੁਣ ਸਵਾਰਨਾ ਸਿੰਪਲ ਲਫ਼ਜ਼ ਆ, ਪੰਜਾਬੀ 'ਚ ਅਸੀਂ ਇਸ ਨੂੰ ਅਕਸਰ ਯੂਜ਼ ਕਰਦੇ ਹਾਂ। ਕਿਸੇ ਚੀਜ਼ ਦੀ ਅਪਲਿਫਟਿੰਗ ਕਰਨੀ, ਕਿਸੇ ਚੀਜ਼ ਨੂੰ ਜਿਹੜਾ ਹੈਗਾ ਡਿਵੈਲਪ ਕਰਨਾ, ਮੇਕਅਪ ਕਰਨਾ, ਉਹਨੂੰ ਥੋੜ੍ਹਾ ਸੰਭਾਲਣਾ, ਸਵਾਰਨਾ ਇਹ ਹੁੰਦਾ ਆ। ਕੋਈ ਘਰ ਆ, ਘਰ ਦੇ 'ਚ ਸਮਾਨ ਖਿੰਡਿਆ ਆ, ਕੁਝ ਇਸ ਤਰੀਕੇ ਨਾਲ ਪਿਆ ਆ, ਅਤੇ ਅਸੀਂ ਉੱਥੇ ਜਾ ਕੇ ਕਹਿੰਦੇ ਹਾਂ ਟਾਈਡੀ ਅਪ ਕਿਉਂ ਨਹੀਂ ਕਰਦੇ? ਮਤਲਬ ਸਵਾਰੋ ਇਹਨੂੰ। ਅਸੀਂ ਕਹਿੰਦੇ ਹਾਂ ਥੋੜ੍ਹੀਆਂ ਚੀਜ਼ਾਂ ਤਰਤੀਬ ਦੇ ਵਿੱਚ ਇਨ ਆਰਡਰ ਕਿਉਂ ਨਹੀਂ ਪਾਉਂਦੇ? ਸਵਾਰੋ ਇਸ ਨੂੰ। ਸਵਾਰਨਾ ਇਹ ਹੈ, ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਅਜੀਬ ਤਰ੍ਹਾਂ ਦੀ ਜਿਹੜਾ ਹੈਗਾ, ਆਪਾਂ ਜਿਹਨੂੰ ਬਾਤ ਕਰੀਏ ਸ਼ੁਰੂ ਆਪਣੇ ਥਾਟਸ ਤੋਂ ਹੀ ਕਰ ਲਓ, ਟੋਟਲੀ ਮਿਜ਼ਰੇਬਲ, ਅਨਆਰਗੇਨਾਈਜ਼ਡ, ਕੋਈ ਕਿਸੇ ਕਿਸਮ ਨਾਲ ਅਲਾਈਨ ਨਹੀਂ ਕੀਤੇ ਸਹੀ ਡਾਇਰੈਕਸ਼ਨ ਦੇ ਵਿੱਚ। ਉਸੇ ਮਿਜ਼ਰੇਬਲ ਜਿਹੜਾ ਹੈ ਥਾਟ ਪ੍ਰੋਸੈਸ ਦੇ ਵਿੱਚੋਂ ਫਿਰ ਜਿਹੜਾ ਅਮਲ ਆ ਰਿਹਾ, ਉਹਦੇ 'ਚ ਕੋਈ ਪਤਾ ਨਹੀਂ। ਇਸ ਕਰਕੇ ਬੰਦੇ ਨੂੰ ਖੁਦ ਨਹੀਂ ਪਤਾ ਮੈਂ ਕਿਹੜੀ ਸਿਚੁਏਸ਼ਨ 'ਚ ਕਿਵੇਂ ਬਿਹੇਵ ਕਰਾਂਗਾ। ਬੰਦੇ ਨੂੰ ਤੁਸੀਂ ਸਿਚੁਏਸ਼ਨ 'ਚ ਪਾਓ ਅਤੇ ਪਤਾ ਲੱਗਦਾ ਵੀ ਬੰਦੇ ਦਾ ਮੂਡ ਕਿਸੇ ਪਾਸੇ ਆ, ਕਿਸ ਤਰੀਕੇ ਨਾਲ ਬੋਲ ਰਿਹਾ ਕੀ। ਸੋ ਇੱਕ ਅਜੀਬ ਡਰ ਦਾ ਮਾਹੌਲ ਬੰਦੇ ਦੇ ਜ਼ਰੀਏ ਬਣਿਆ ਹੋਇਆ, ਅਤੇ ਬੰਦੇ ਨੂੰ ਖੁਦ ਨੂੰ ਇਹ ਚੀਜ਼ ਸਤਾ ਰਹੀ ਹੈ। ਇਹ ਸਾਡੀ ਮੈਂ ਨਹੀਂ ਹੈ। ਮਨੁੱਖ ਦੀ ਮੈਂ ਤੇ ਬੜੀ ਸਵਰੀ ਹੋਈ, ਸੰਭਲੀ ਹੋਈ, ਬਿਲਕੁਲ ਇੱਕ ਪ੍ਰੋਪਰ ਲਾਈਨ ਦੇ 'ਚ ਅਲਾਈਨ ਹੋਈ ਹੋਏ। ਭਗਤ ਜੀ ਨੇ ਕਿਹਾ, ਆਪ ਸਵਾਰੈਂ ਮੈਂ ਮਿਲੈ। ਆਪਣੇ ਆਪ ਨੂੰ ਝਾੜੂ ਲਗਾ, ਆਪਣੇ ਆਪ ਨੂੰ ਥੋੜ੍ਹਾ ਬਰੂਮ ਕਰ, ਥੋੜ੍ਹਾ ਕਲੀਨ ਕਰ। ਇਹਨੂੰ ਸਾਨੂੰ ਸਾਡਾ ਲਿਟਰੇਚਰ ਇਹ ਬਿਆਨ ਕਰਦਾ ਹੈ, ਗਿਆਨੈ ਕੀ ਵੱਢਣੀ ਮਨੈ ਹਾਥ ਲੈ, ਕਾਤਰਤਾ ਕੁਤਵਾਰ ਬੁਹਾਵੈ। ਗਿਆਨ ਦੀ ਵੱਢਣੀ, ਵੱਢਣੀ ਹੁੰਦਾ ਹੈ ਜਿਹਨੂੰ ਕਿਹਾ ਗਿਆ ਅਹਰਨ ਮਤ ਵੇਦ ਹਥਿਆਰ, ਹਥਿਆਰ ਦੀ ਤਰ੍ਹਾਂ। ਮਾਲੀ ਦਾ ਕਦੀ ਕਾਰਜ ਦੇਖੋ ਤੁਸੀਂ। ਸਮਟਾਈਮ ਪੀਪਲ ਐਕਚੁਅਲੀ ਸੇ very simple terminology in philosophical actually literature. They say, what is the difference between in a park and a jungle? ਇੱਕ ਪਾਰਕ ਵਿੱਚ ਤੇ ਇੱਕ ਜੰਗਲ 'ਚ ਕੀ ਫਰਕ ਹੈ?
जंगल च लोग डरते, ना 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 जंगल नहीं जाना, जंगल च कौन जाएगा। पार्क जिहड़ा आ उत्थे तो लोग सैर करन लई जांदे, विजिट करन लई जांदे। कहते फर्क की है दूआं दे विच, है दूआं थावां ते दरख्त ने, बूटे ने, झाड़ियां ने, यही सब कुछ है। जंगल च भी उही कुछ है ते पार्क च भी उही कुछ है। भाई फर्क बड़ा वड्डा आ। फर्क ये है, पार्क सवारिया आ, जंगल जंगल बेतरतीब आ, नहीं सवारिया होया। साडा जीवन उही है, जे इहनूं सवारोगे तो जिस माली नूं पार्क नूं कदी सवारदे नूं देखो, वो किसी चीज़ नूं वड्डेगा, किसी नूं कट्टेगा, किसी नूं छांगेगा। देयर सो मैनी थिंग्स। माली जिहड़ा पूरा जिहड़ा गार्डनर का काम है, वो कितना वड्डा काम है। हुण जिहड़ा वो तेज धार हथियार लैके जिहड़ियां टाहणियां खब्बे सज्जे जा रही ने, कट्टदा उन्हां नूं, जिहड़ियां बोझ पा रही ने बूटे ते उन्हां नूं जिहड़ा है छांग दिंदा हैगा। सो ये सारी क्रिया सानूं अपने आप नूं ही संकोचना पैंदा है, संभालना पैंदा है। कई वारी मन विच अजां ही वधिया होया गुस्सा, वधिया होया हंकार, वधी हुई कोई गलबात, वो बिना वजह सानूं भी बॉदर करदी, दूजियां नूं। जिवें कोई टाहणियां ने वो रस्ते जिस तरीके लटक रही ने, एक तो बूटे की शेप खराब कर रही ने, दूजे नंबर पर आउंदे जांदे नूं तंग करदियां ने, तीजे जे किते हवा चली तो वह वजन नाल टुट जाएगा, वो टुट जाएगा बूटा उस रूप दे। इस करके उन्होंने सवारना, इनू क्या ज्ञान है कि वढ़नी वढ़नी लै ज्ञान दी, ज्ञान का तेज धार हथियार लै, मने हाथ लै ते एवें कर कातर तक कुतवार बुहावै। जिवें बुहारी हुंदी है ना, साडे इत्थे ते थोड़े जिहड़ा हैगा फ्लोर वगैरह बड़े समूथ हुंदे ने, ते असीं इत्थे जिहड़ा यूज़ भी करते हैं ब्रूम वगैरह, मोस्टली प्लास्टिक के ब्रूम हुंदे ने, सिंपल सिंपल जे। तुहानूं पता होएगा अपने उत्थे बैक होम कच्ची पक्की जगह हुंदी सी, कई बारी लोगों ने इट्टां वगैरह लगा लेनियां, फ्लोर उस तरीके नाल होने, तो उत्थे फिर बुहारी लगाई जाती सी। बुहारी हुंदा सीगा जिहड़ा ब्रूम आ, विच इज़ मेड बाय वैरी एक्चुअली जिहड़ियां ने स्ट्रोंग स्टिक्स हुंदियां ने, बहुत पतलियां पतलियां, तीले हुंदे ने पतले पतले जे, उन्हां दा ओह बनिया हुंदा ओह। तो इतनी सख्ताई नाल फेरिया जांदा सी मिट्टी दे विचों, होर जगह तो जिहड़ी दबी हुई मिट्टी कूड़ा भी कई बारी ओह कड्ढिया जांदा सी विचों। जिहड़ा बुहारी दे ज्ञान, जिहड़ा इहो जिहा लिटरेचर, इहो जिहियां चीज़ां ने, सारा बाणी की गल होएगी इहदे च, बाणी पढ़न दी, बाणी सुनन दी, बाणी दे नाल इह की है, बुहारी है। तुसीं अपनी एफर्ट पाओ, यतन पाओ, उस किस्म की रचना, होर ते ज्ञान का शस्त्र किवें चलेगा तुहाडे अंदर, विचारां दे रूप में चलेगा। ओहो जी बाणी पढ़ोगे, ओहो जे सोर्सिस दे नाल जुड़ोगे, वार वार अपने आप नूं दसोगे बुहारी, जिवें जोर लगा के झाड़ू मारी दे अंदर, तां जाके जिहड़ी अंदर दी सैल्फ क्लींजिंग होएगी, फिर असल मैं नूं मिलोगे। नहीं तो जिहड़ी मैं हुण चक्की फिरदे आ, उही मैं ते तंग कर रही है। बाहरों कोई चीज़ सानूं बॉदर नहीं करदी। बाहर तो सच ये है, जो कोई साडे नाल उच्चा नीवां भी बोलदा है, तो वह बंदा अपने आपे नूं तुहाडे सामने प्रजेंट कर रहा है, तुहानूं दस रहा है कि उस बंदे नाल तुहानूं किन्ना क रिश्ता रखना चाहिए, नाता रखना चाहिए, संबंध रखना चाहिए। जे कोई तुहाडे नाल किसी तरीके नाल मिसबिहेव भी करता है, वह तुहानूं बहुत सारी चीज़ां टीच कर रहा है, ये दस रहा है, ये समा आ तुहानूं कुछ करज शो करनी चाहिए है। ये समा आ जदों तुहानूं उहनूं किसी तरीके नाल जिहड़ा हैगा उहनूं इंस्ट्रक्ट करना चाहिए हैगा। ये चीज़ां नज़र आ रही हैं, पर उहदे च तुसीं ये नहीं कि तुसीं अपना आपा लूज कर जाओ। जिवें ये भी कैनेडियन एनवायरमेंट की एक जिहड़ा ग्लोरी कह लो कि साडी एक नैशनल पार्टी वास्ते जटाजूट सिख जगमीत सिंह उन्हें पार्टिसिपेट किया, वो पार्टी लीडर के तौर पर विनर होया। तो इस मिसिसागा दे विच ही एक जिहड़ा हैगा कोई लेडी आई, तो उन्हें उसके नाल एब्यूसिव लैंगुएज नाल गल की। तुसीं देखियो सारी वर्ल्ड वाइड बड़ी जिहड़ी स्प्रैड हुई सीगी। तो जो आई तो उस दो चीज़ां नोट करने वालियां सीगियां। पहली ये भी जे तो डर जाता तो रंग चिट्टा हो जाना सी बिल्कुल, जे गुस्से च आ जाता तो लाल हो जाना सीगा। एंड ही मैनेज सिचुएशन वेरी वैल। ये भी एक मतलब खासियत आ। उसने क्या भी वी डिसएग्री विद यूर एक्चुअली जिहड़ा बिहेवियर तू कर रही है, बट वी लव यू एंड वी डिसएग्री इट विद करेज एंड लव। तेरे ये वर्ड सानू साडे मिशन तो डेगदे ने, फिर तो असीं बड़े वीक होए। तेरे ये वर्ड सानू साडे मिशन तो खब्बे ले जाके असीं तेरे नाल हेट करना शुरू कर दईए, तो फिर जिहड़े ओपीनियन डिफरेंसिस होणगे साडे आले दुआले, असीं फिर डिक्टेटर बन जावांगे। ये तो कोई बात ना हुई। सो ये चीज़ां ने, ये रियल सैल्फ तुहाडे अंदर आवे, फिर तुहानूं बाहर दी दुनिया ये किवें डिस्ट्रैक्ट कर देगी।
ਕਿਵੇਂ ਡਿਸਟਰਬ ਕਰ ਦੇਗੀ ਜੋ ਅਸੀਂ ਆਪਣੇ ਥਾਟ ਨਾਲ ਪ੍ਰੋਪਰਲੀ ਅਲਾਈਨ ਹੈਗੇ ਉੱਥੇ। ਇਹਨੂੰ ਮਹਾਰਾਜ ਨੇ ਬਿਆਨ ਕੀਤਾ, ਉਹ ਜਿਹੜੀ ਵੱਢਣੀ ਲੈ ਆਪਣੇ ਵਿੱਚੋਂ ਡੇ ਬਾਈ ਡੇ ਇਹ ਚੀਜ਼ਾਂ ਨੂੰ ਦੂਰ ਕਰ, ਅਹਿਸਾਸ ਕਰ ਕਿ ਸੰਸਾਰ ਦੇ ਵਿੱਚ ਕਿਵੇਂ ਤੂੰ ਜੀਣਾ ਹੈਗਾ। ਭਗਤ ਫਰੀਦ ਜੀ ਨੇ ਕਿਹਾ ਆਪ ਸਵਾਰ ਹੈ ਮੈਂ ਮਿਲਾਂ। ਜਦੋਂ ਤੂੰ ਆਪਣੀ ਅਸਲ ਮੈਂ ਨੂੰ ਮਿਲੇਗਾ ਨਾ, ਮੈਂ ਮਿਲਿਆ ਸੁੱਖ ਹੋਏ, ਅਸਲ ਮੈਂ ਵੇਖਣ ਨਾਲ ਫਿਰ ਸੁੱਖ ਹੋਏਗਾ, ਫਿਰ ਤੈਨੂੰ ਆਨੰਦ ਆਏਗਾ। ਫਿਰ ਉਹ ਜਿਹੜੀ ਮੈਂ ਹੈ ਤੇਰੀ, ਉਹ ਤੈਨੂੰ ਵਾਕਿਆ 'ਚ ਉਸ ਲੈਵਲ 'ਤੇ ਖੁਸ਼ੀ ਦੇਵੇਗੀ ਵੀ ਹੂ ਐਮ ਆਈ, ਮੈਂ ਅਸਲ ਵਿੱਚ ਕੌਣ ਆ। ਮੈਂ ਹੈਗਾ ਉਹ ਸ਼ਖਸ ਜਿਹਦੇ ਕੋਲ ਰੱਬ ਨੇ ਜਿਹਨੂੰ ਗੁਣ ਦਿੱਤੇ ਨੇ। ਅਤੇ ਫਿਰ ਗੁਣ ਸਾਰੇ ਹੋਣਗੇ, ਉਹਦੇ 'ਚ ਕਰੇਜ ਹੋਏਗੀ, ਉਹਦੇ ਅੰਦਰ ਵਿਜ਼ਡਮ ਹੋਏਗੀ, ਉਹਦੇ ਅੰਦਰ ਪੇਸ਼ੈਂਸ ਹੋਏਗਾ, ਉਹਦੇ ਅੰਦਰ ਲੋਟਸ ਆਫ ਜਿਹੜੇ ਨੇ ਜਿੰਨੀਆਂ ਗੁੱਡ ਕੁਆਲਿਟੀਜ਼ ਉਹ ਸਾਰੀਆਂ ਹੋਣਗੀਆਂ। ਪਰ ਟੌਪ ਆਫ ਦੈਟ ਹਲੀਮੀ ਹੋਏਗੀ, ਹੰਬਲਨੈਸ, ਬਿਲਕੁਲ ਡਾਊਨ ਟੂ ਅਰਥ ਐਟੀਟਿਊਡ ਹੋਏਗਾ ਨਾ। ਸਭ ਕੁਛ ਦਾਤੇ ਦੀ ਬਖਸ਼ਿਸ਼ ਹੈ। ਇਹ ਹੈ ਮੇਰੇ ਸਾਹਿਬ, ਜਿਹਨੂੰ ਸਾਹਿਬ ਗੁਰੂ ਅਰਜਨ ਸਾਹਿਬ ਜ਼ਿਕਰ ਕਰਦੇ, ਤੂੰ ਮੈਂ ਮਾਣ ਨਿਮਾਣੀ। ਮੈਨੂੰ ਤੇਰੇ ਨਾਲ ਜੁੜਨ ਕਰਕੇ ਮਾਣ ਮਿਲਿਆ, ਤੇ ਇਸ ਮਾਣ ਦੇ ਲੈਣ ਦੇ ਬਾਵਜੂਦ ਵੀ ਮੈਂ ਨਿਮਾਣੀ ਹਾਂ। ਕਿਉਂ? ਕਿਉਂਕਿ ਮਾਣ ਤੇਰੇ ਵੱਲੋਂ ਰਿਫਲੈਕਟ ਹੋ ਕੇ ਆਇਆ। ਜੇ ਮੈਂ ਭੁਲੇਖਾ ਨਹੀਂ ਖਾਂਦਾ ਤੇ ਸ਼ਾਇਦ ਟੋਲਸਟੋਏ ਦੀ ਲਿਖੀ ਹੋਈ ਇੱਕ ਵਰਲਡ ਫੇਮਸ ਸਟੋਰੀ ਹੈ, ਜੇ ਅਸੀਂ ਕਿਤੇ ਪੜ੍ਹੀ ਹੋਏ, ਤੇ ਕ੍ਰਾਈਂਗ ਮੂਨ। ਉਹ ਕਹਿੰਦਾ ਕਿ ਚੰਦਰਮਾ ਰੋ ਰਿਹਾ ਆ। ਹਾਲਾਂਕਿ ਸਾਡਾ ਲਿਟਰੇਚਰ ਸਾਰਾ ਬਿਆਨ ਕਰਦਾ ਵੀ ਚੰਦਰਮਾ ਨੂੰ ਕੀ ਰੋਣ ਦੀ ਲੋੜ ਆ। ਕੋਈ ਚੀਜ਼ ਧਰਤੀ 'ਤੇ ਸੋਹਣੀ ਹੋਏ ਤਾਂ ਅਸੀਂ ਕਹਿੰਦੇ ਹਾਂ ਭਾਈ ਚੰਨ ਵਰਗੀ ਹੈ। ਕਿਸੇ ਦਾ ਮੁਖ ਸੋਹਣਾ ਹੋਏ ਅਸੀਂ ਕਹਿੰਦੇ ਵੀ ਚੰਦਰਮੁਖੀ ਹੈ, ਚੰਦਰਮਾ ਵਰਗਾ ਹੈ। ਚੰਨ ਦੀ ਚਾਨਣੀ ਦੀ ਤਾਰੀਫ ਹੁੰਦੀ, ਚਾਰ ਚੁਫੇਰੇ ਇਹਦੀ ਗੱਲਾਂ ਹੁੰਦੀਆਂ। ਉਸ ਚੰਦਰਮਾ ਨੂੰ ਕਿਉਂ, ਚੰਨ ਨੂੰ ਕਿਉਂ ਰੋਣ ਦੀ ਲੋੜ ਆ? ਉਹ ਕਹਿੰਦੇ ਕਿ ਉਹਨੇ ਬੜੀ ਕਮਾਲ ਦੀ ਬਾਤ ਲਿਖੀ। ਉਹ ਕਹਿੰਦੇ ਜਦੋਂ ਕੋਈ ਚੰਦਰਮਾ ਦੇ ਕੋਲ ਗਿਆ ਤਾਂ ਉਹਨੇ ਜਾ ਕੇ ਦੇਖਿਆ ਤੇ ਉਹ ਰੋ ਰਿਹਾ। ਤੇ ਉਹਨੂੰ ਕਿਹਾ ਵੀ ਚੰਨ ਤੂੰ ਕਿਉਂ ਰੋ ਰਿਹਾ? ਤੈਨੂੰ ਤੇ ਨਹੀਂ ਰੋਣਾ ਚਾਹੀਦਾ, ਤੇਰੀ ਤੇ ਤਾਰੀਫ ਹੀ ਬੜੀ ਹੁੰਦੀ, ਤੇਰੀ ਤੇ ਵਡਿਆਈ ਬੜੀ ਹੁੰਦੀ ਹੈ, ਤੈਨੂੰ ਤੇ ਹਰ ਕੋਈ ਲਾਈਕ ਕਰਦਾ, ਹਰ ਇੱਕ ਤੇਰੀ ਬਾਤ ਕਰਦਾ, ਹਰ ਜਗ੍ਹਾ ਤੇ ਤੈਨੂੰ ਐਗਜ਼ਾਮਪਲ ਕੀਤਾ। ਤੇਰੇ ਤੋਂ ਵੱਡੀ ਤੇ ਐਗਜ਼ਾਮਪਲ ਹੀ ਕੋਈ ਨਹੀਂ ਖੂਬਸੂਰਤੀ ਦੀ, ਤੇਰੇ ਤੋਂ ਵੱਡੀ ਤੇ ਐਗਜ਼ਾਮਪਲ ਹੀ ਕੋਈ ਨਹੀਂ ਜਿਹੜੀ ਹੈਗੀ ਹੈ ਰੌਸ਼ਨੀ ਦੀ, ਚਾਨਣੀ ਦੀ, ਇਸ ਰੂਪ ਦੇ ਵਿੱਚ। ਤੇ ਚੰਦਰਮਾ ਰੋਂਦੇ ਹੋਏ ਕਹਿੰਦਾ ਇਹੋ ਹੀ ਤੇ ਤਰਾਸਦੀ ਹੈ, ਇਹੋ ਹੀ ਤੇ ਟ੍ਰੈਜੀਡੀਕਲ ਜਿਹੜੀ ਹੈਗੀ ਸਿਚੁਏਸ਼ਨ ਆ ਕਿ ਲੋਕ ਗਲਤ ਕਰ ਰਹੇ ਨੇ। ਅਸਲ 'ਚ ਉਹਨਾਂ ਨੂੰ ਪਤਾ ਨਹੀਂ ਮੈਂ ਤੇ ਕੁਝ ਵੀ ਨਹੀਂ। ਜਿਹਦੀ ਤਾਰੀਫ ਹੋਣੀ ਚਾਹੀਦੀ ਉਹ ਸੂਰਜ ਆ, ਮੈਂ ਤੇ ਜਸਟ ਇੱਕ ਮਿਰਰ ਦੀ ਤਰ੍ਹਾਂ ਆ, ਮੈਂ ਤੇ ਰਿਫਲੈਕਟ ਕਰ ਰਿਹਾ, ਉਹਦੀ ਰੌਸ਼ਨੀ ਲੈਣਾ, ਉਹ ਤੁਹਾਨੂੰ ਰਿਫਲੈਕਸ਼ਨ ਵਿੱਚ ਦੇ ਦੇਣਾ ਵਾਪਸ। ਆਹ ਜਿਹੜੀ ਚੀਜ਼ ਆ, ਜਿਹੜੇ ਬੰਦੇ ਗੁਣੀ ਹੋ ਜਾਂਦੇ ਨੇ, ਜਿਨ੍ਹਾਂ 'ਚ ਇਹ ਚੀਜ਼ ਆ ਜਾਂਦੀ, ਉਹ ਕਹਿੰਦੇ ਮੇਰੇ ਕੋਲ ਕੁਝ ਨਹੀਂ, ਮੈਂ ਤੇ ਇਹ ਮਾਣ ਨਿਮਾਣੀ ਦਾ ਆ, ਇਹ ਤੇ ਉਸਨੇ ਮਾਣ ਬਖਸ਼ਿਆ, ਉਹ ਤੁਹਾਡੇ ਤੱਕ ਪਹੁੰਚ ਰਿਹਾ ਹੈ। ਬਾਕੀ ਆਪਾਂ ਤੇ ਉਹੀ ਮਿੱਟੀ ਦੇ ਬਣੇ ਹੋਏ ਪੁਤਲੇ ਆ, ਮਿੱਟੀ 'ਚੋਂ ਆਏ ਆ, ਮਿੱਟੀ 'ਚ ਆ ਜਾਣਾ ਆ। ਇੱਥੇ ਜਾ ਕੇ ਬੰਦਾ ਸਭ ਗੁਣਾਂ ਨੂੰ ਰਿਫਲੈਕਟ ਕਰਦਾ ਹੋਇਆ ਵੀ ਉਸ ਸਾਰੇ ਦੇ ਵਿੱਚ ਵੀ ਕਿਸੇ ਕਿਸਮ ਦੇ ਨਾਲ ਆਪਣੇ ਆਪ ਨੂੰ ਇਨਵੋਲਵ ਨਹੀਂ ਕਰਦਾ। ਇਹ ਅਸਲ ਮੈਂ ਹੈ। ਇਸ ਨੂੰ ਜਦੋਂ ਇੰਜੋਏ ਕਰੇ ਬੰਦਾ, ਉਦੋਂ ਖੁਸ਼ੀਆਂ, ਚਾਅ, ਜੀਵਨ ਦੀਆਂ ਖੂਬੀਆਂ ਉਹਦੀ ਪਰਿਕਰਮਾ ਨਾ ਕਰਨ, ਉਹਦੇ ਆਲੇ ਦੁਆਲੇ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਨਾ ਘੁੰਮਣ, ਐਸਾ ਹੋ ਨਹੀਂ ਸਕਦਾ। ਗੁਰੂ ਅਰਜਨ ਸਾਹਿਬ ਬਿਆਨ ਕਰਦੇ, ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੈ। ਰਾਤ ਦਿਨ ਹੈ ਮੇਰੀ ਰੂਹ ਇਸ ਗੱਲ ਦੀ ਅਰਦਾਸ ਕਰ, ਤਰਲਾ ਲੈ, ਮਿੰਨਤ ਕਰ। ਇਹ ਅਰਦਾਸ ਅਸਲ ਵਿੱਚ ਅਸੀਂ ਕਿਸੇ ਵਾਸਤੇ ਨਹੀਂ ਕਰਦੇ, ਆਪਣੇ ਵਾਸਤੇ ਕਰਦੇ ਹਾਂ। ਜਦੋਂ ਅਰਦਾਸ ਸਾਡੇ ਜ਼ਿਹਨ ਵਿੱਚ ਜਿੰਨੀ ਡਾਢੀ ਉਕਰਦੀ ਲੱਗੀ ਜਾਂਦੀ ਹੈ, ਉਨਾ ਹੀ ਸਾਡਾ ਵਾਸਤਾ ਉਸ ਸਰਬ ਸ਼ਕਤੀਮਾਨ ਨਾਲ ਬਣਦਾ ਜਾਂਦਾ, ਜਿਹੜਾ ਸਾਡੇ ਵਿੱਚ ਵੀ ਮੌਜੂਦ ਆ, ਜਿਹੜਾ ਜ਼ਰਰੇ ਜ਼ਰਰੇ 'ਚ ਮੌਜੂਦ ਆ। ਕਿਆ ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਸੁਣ ਜੀਵਾਂ ਤੇਰੀ ਬਾਣੀ। ਤੇ ਅਰਦਾਸ ਇਤਨੀ ਹੈ, ਜਦੋਂ ਤੱਕ ਜੀਵਨ ਚੱਲੇ ਉਦੋਂ ਤੱਕ ਤੇਰੀ ਬਾਣੀ ਸੁਣਾ। ਹੁਣ ਇਹ ਗੱਲ ਕੀ ਹੈ, ਆਪ ਦੇਖੋਗੇ ਸਾਨੂੰ ਜਿੰਨੇ ਲੋਕਾਂ ਦੇ ਬੋਲੇ ਹੋਏ ਬੋਲ ਨੇ, ਆਲੇ ਦੁਆਲੇ ਦੀਆਂ ਗੱਲਾਂ ਨੇ, ਉਹੀ ਬੌਦਰ ਕਰੀ ਜਾਂਦੀਆਂ ਨੇ ਰਾਤ ਦਿਨ। ਤਿੰਨ ਤਰ੍ਹਾਂ ਦੇ ਲੋਕ ਧਰਤੀ 'ਤੇ ਮੰਨੇ ਜਾਂਦੇ ਨੇ। ਇੱਕ ਉਹ ਜਿਹੜੇ ਲਾਪਰਵਾਹ ਨੇ, ਇੱਕ ਉਹ ਜਿਹੜੇ ਬੜੇ ਪਰਵਾਹਦਾਰ ਨੇ, ਇੱਕ ਉਹ ਜਿਹੜੇ ਬੇਪਰਵਾਹ ਨੇ। ਹੁਣ ਲਾਪਰਵਾਹ ਨਹੀਂ ਹੋਣਾ ਚਾਹੀਦਾ, ਲਾਪਰਵਾਹੀ ਚੰਗੀ ਚੀਜ਼ ਨਹੀਂ ਹੈਗੀ। ਬੰਦੇ ਨੂੰ ਹੁਣ ਇੱਥੇ ਤੁਸੀਂ ਦੇਖਿਆ ਨਾ, ਮਾਫੀ ਚਾਹਾਂਗਾ, ਆਪ ਇੱਕ ਨਫਰੀ ਸਟੂਡੈਂਟ ਸੀ ਸਾਡੇ ਗੁਰਦੁਆਰਾ ਸਾਹਿਬ ਆਉਂਦੀ ਹੈ। ਇਹ ਲਾਈਫ ਐਸੀ ਹੈ ਜਿਹਦੇ 'ਚ ਹਾਰਮੋਨਸ ਡਿਵੈਲਪ ਹੋ ਰਹੇ ਹੁੰਦੇ ਨੇ, ਨਵਾਂ ਖੂਨ ਹੁੰਦਾ ਆ, ਬ੍ਰੇਨ ਰੀਆਰਗਨਾਈਜ਼ ਹੋ ਰਿਹਾ ਹੁੰਦਾ ਆ,
तो नवीं धरती के उत्ते नवा एक्सपोजर मिलता आ, सुपरविजन घट जाती है, तो ये अंदर फिर रिस्क लैन नूं जी करता है। तो जो रिस्क लेंदे ने फिर कैसे कैसे रिस्क लै लेंदे ने। तुहाडे सामने रोज़ तुसीं इहो जिहियां चीज़ां देखते हो, कई बार लोग हसते हैं, तो ये बावजूद भी वो कहिंदे हू केयर, असीं परवाह करते हैं किसी की। ये लापरवाही है, ये प्राइस बड़ी हाई पे करनी पेगी, क्योंकि जी लापरवाही है ये मारदी है। बंदे नूं परवाहदार ते होना चाहिए, तो परवाहदार ये नहीं भी हर ही सारी का हर किसी का भी वो फलाने ने की कहता, फलाने ने की कहता, हू केयर। भाई गल ये है कि एक्चुअल जो यूनीवर्सल क्राइटेरिया वो मैं फिट बैठदा हाँ, ਉਹਦੀ ਮੈਨੂੰ समझ होए, इत्थों फिर जाके बंदे च एक नवा जिहड़ा हैगा बिहेवियर आउंदा, वो है बेपरवाह। परवाह है सच दी, हकीकत दी, रियलिटी दी, पर बाकी सारे कासे तो कोई किसी किस्म दे नाल मेरे अंदर कोई डर नहीं, कोई परवाह नहीं हैगी, वो है बेपरवाही। ये जिहड़ा रंग आ ये तां ही आएगा, वी हैव टू पिक वेयर टू पे अटेंशन, किसनों असीं अटेंड करना है। हुण मन विच गल्लां ते बोली जा रही, थॉट्स ते आई जा रहे हैं हज़ारां तरह के। मैं किस थॉट्स नूं पिक करना है, मैं किन्हां थॉट्स नूं जिहड़ा हैगा चुनना आ। जिहड़े मैं थॉट्स चुनदा लगा जावांगा, मैनीफेस्ट करांगा, एग्जीक्यूट करांगा, उसे किस्म का बिहेवियर ते सिट्टे आने शुरू हो जाणगे। गुरु साहब ने पता की कीता, गुरु साहब ने कहा ओहो जी बाणी पढ़, ओहो जी बाणी सुन, ओहो जी बाणी नूं इष्ट मन लै, जिहड़ी सुनिया तेरा कल्याण होए। अज असी CBT दे विच कॉग्निशन बिहेवियर थैरेपी दे जिस चीज़ ते पहुँचे हैं, या होर बिहेवियर थैरेपी जिहड़ियां भी हैगियां ने, कि चंगा सोचो चंगा होएगा। वैरी सिंपल डिस्क्रिप्शन है। जिन्नियां बिहेवियर थैरेपीज ने उन्हां च यही बात की जाती है भी चंगा सोचो चंगा होएगा। सारी बाणी ये कह रही है, बाणी ये कह रही है देख पिक करना है चीज़ों। सिंपल एग्जाम्पल करदा मैं, मेरे को बड़े हाईली एजुकेटेड मेरे वीर हैगे ने, तो साइकोलॉजी के खेत्र दे विच काफ़ी समा पहला वो आए, अक्सर ट्रैवल करते रहते मेरे को बैक एंड फोर्थ यूरोप तो उहदे च होया है कि उन्होंने दिनों दे विच मैं इत्थे एक बच्चों दियां, मेरे को एक बच्चों का ग्रुप चल रहा सीगा, तो बच्चों के पेरेंट्स भी होंगे ज़्यादातर, तो असी बच्चों को इंटरटेन करते सीगे। तो मैं देखा कि बच्चों के पेरेंट्स के अक्सर क्वेश्चन होने मेरे को, तो वो चाइल्ड एजुकेशनल साइकोलॉजिस्ट सीगे। मैं कहा दिस इज़ द गुड टाइम, लैट्स यूज़ दिस अपॉर्चुनिटी। मैं पेरेंट्स सारे बुला ले, मैं क्या ओके तुसी जिहड़ा हैगा वीर जी नाल कुछ इंटरेक्शन करना चाहते, यू कैन डू दैट। मोस्ट ऑफ द टाइम यू आस्क सो मैनी क्वेश्चंस टू मी एंड टुडे वी हैव एक्सपर्ट, लेट्स हैव सम बेनीफिट। ठीक है जी। उत्थे खूब सारियां गल्लां होईयां, किसी दिन मैं डिटेल समा होया तो बयान करांगा, बहुत कम दियां गल्लां, पर एक सिंपल जी बात बयान करदा। एक सज्जन नूं कहिंदे कि मैं ट्रांसपोर्टेशन इंडस्ट्री नाल जुड़िया वां, तो सवेर तो लैके जो मतलब इन्ना स्ट्रैसफुल काम हुंदा आ, लोड आ रहे जा रहे ड्राइवर, देयर सो मैनी थिंग्स एक्चुअली हैपनिंग। मुसीबत ये होंदी है भी शाम तक फुली टायर्ड होईदा, एनर्जी जिहड़ी है चली जाती है, तो शाम में सोचीदा भी चल घर चलते हैं, बच्चों थोड़ी देर बैठांगे, वी फील रिलैक्स लिटल बिट। कहते भी घर का दरवाजा आके खोली दा, अंदरों आवाज़ा आ रही होंदियां, आ गया आ जा आ जा, तेरे आने तो पहला सिचुएशन वर्स हुई है, चल चल तेरी बड़ी लोड़ आ। वो कहता रिलैक्स होना तो भुल ही जाता, उत्थे आके होर ही मुसीबत पै जाती है। वो स्ट्रैस कुछ काम का कुछ घर का, वो आए सी घर थोड़ा टाइम स्पेंड करांगे बच्चों नाल किसी तरीके नाल, अल्टीमेटली की होया वो सारा कुछ जिहड़ा हैगा मैस बन गया। पता लगा ओ माई गॉश, ये नालों काम तो ठीक सीगे। कहंदा भी तुसीं दसो भी इहदे च की करां मैं, दिस इज़ एवरी डेज रूटीन, सो वी नीड सम काइंड ऑफ एडवाइस फ्रॉम यू। वो कहंदे गल ये है कि मैं कौन हूँ एडवाइस देने वाला, पर मैं तुहानूं एक छोटी जी अपनी एक गल बयान करदा हां। हुण देखो लर्निंग इस तरह होंदी है, असी कई बार की सोचते हैं कि सानू कोई ना डिकटेट करेगा, बच्चे तो है नहीं 2 साल के, असी चीज़ां खुद सीखदा, मतलब सीखना ये है तुसीं आले दुआले नूं वेखना है, उहदे विचों चीज़ां नूं जिहड़ा हैगा ग्रैब करना है, ऑबजर्व करना है, उस तो बाद तुसीं अपने अंदर उस चीज़ नूं लैके जाना। यही एक्चुअली ये सुनना आ, यह है सही रूप दे चीज़ां नूं सही परिपेख विच अंडरस्टैंड करके ऑबजर्व करना।
ਉਹ ਕਹਿੰਦੇ ਮੈਂ ਤੁਹਾਨੂੰ ਗੱਲ ਦੱਸਦਾ ਕਿ ਤੁਹਾਡਾ ਚਲੋ ਕੰਮਕਾਰ 'ਤੇ ਕੋਈ ਫਾਈਨੈਂਸ਼ੀਅਲ ਲਾਸ ਹੋ ਜਾਏਗਾ ਕੁਝ ਇਸ ਕਿਸਮ ਦੇ ਨਾਲ। ਮੈਂ ਕੰਮ ਕਰਦਾ ਮੈਂਟਲ ਹੈਲਥ 'ਚ। ਸਾਡੇ 'ਤੇ ਹੁੰਦਾ ਹੈ ਕਿ ਉੱਥੇ ਮਤਲਬ ਬੜੇ ਹਾਈ ਰਿਸਕ ਦੇ ਪੇਸ਼ੈਂਟ ਸਾਡੇ ਕੋਲ ਹੁੰਦੇ ਨੇ, ਸੁਸਾਈਡਲ ਜਿਹੜੇ ਉਸ ਕਿਸਮ ਦੇ ਵੱਡੇ ਲੈਵਲ 'ਤੇ ਪੇਸ਼ੈਂਟਸ ਹੁੰਦੇ ਨੇ। ਮਾੜੀ ਜੀ ਕਿਤੇ ਸਾਡੀ ਰਿਪੋਰਟ ਸੱਜੇ ਖੱਬੇ ਹੋ ਗਈ ਜਾਂ ਕਿਸੇ ਦੀ ਪੂਰੀ ਸੀ ਸਿਕਿਉਰਿਟੀ ਨਾ ਕਰ ਪਾਏ, ਦਵਾਈ ਨਾ ਕਰ ਪਾਏ, ਕੇਸ ਮੈਨੇਜ ਨਾ ਕਰ ਪਾਏ, ਅਤੇ ਅਗਲੇ ਦੀ ਲਾਈਫ ਜਾਂਦੀ ਲੱਗਣੀ। ਇੰਨਾ ਜ਼ਿਆਦਾ ਸਾਡੇ ਕੋਲ ਮਤਲਬ ਕੰਮ ਹੈਗਾ ਅਤੇ ਬੜਾ ਸਟਰੈਸਫੁੱਲ ਆ। ਕਹਿੰਦੇ ਵੀ ਹੁੰਦਾ ਇਹ ਹੈ ਕਿ ਮੈਂ ਸਵੇਰੇ ਗਿਆ ਆਫਿਸ ਵਿੱਚ, ਸ਼ਾਮ ਤੱਕ, ਕਿਉਂਕਿ ਹੈਡ ਆਫ ਦਾ ਡਿਪਾਰਟਮੈਂਟ ਨੇ ਬਹੁਤ ਵੱਡੇ ਸਾਈਕੋਲੋਜੀ ਡਿਪਾਰਟਮੈਂਟ ਵਿੱਚ ਉੱਥੇ, ਕਹਿੰਦੇ ਸ਼ਾਮ ਤੱਕ ਮੈਂ ਆਪਣੀ ਡਿਊਟੀ ਫੁਲਫਿਲ ਕੀਤੀ ਹੈ। ਸ਼ਾਮ ਨੂੰ ਮੈਂ ਨਿਕਲਿਆ, ਕਾਰ 'ਚ ਬੈਠਾ, ਗੱਡੀ ਕਾਰ ਨੂੰ ਜਾ ਰਹੀ ਹੈ। ਮੈਂ ਆਪਣੇ ਆਪ ਨੂੰ ਲਿਟਰਲੀ ਤੌਰ 'ਤੇ ਚੀਜ਼ਾਂ ਦੱਸੀਆਂ ਨੇ। ਮੈਂ ਜੋ ਕੁਝ ਕੰਮ 'ਤੇ ਵਾਪਰਿਆ ਮੇਰੇ ਅੰਦਰ ਚੱਲ ਰਿਹਾ, ਇੱਕਦਮ ਥੋੜ੍ਹਾ ਕਨੈਕਸ਼ਨ ਡਿਸਕਨੈਕਟ ਹੋ ਜਾਏਗਾ। whatever was going on in office, in actually the hold in that mental health facility, it's still in my mind. But ਇੱਕ certain area point ਆਉਂਦਾ ਜਿੱਥੋਂ ਮੈਂ ਕਾਰ ਮੋੜਦਾ ਹਾਂ, ਮੈਂ ਉੱਥੇ ਆ ਕੇ ਆਪਣੇ ਆਪ ਨੂੰ ਲਿਟਰਲੀ ਤੌਰ 'ਤੇ ਦੱਸ ਦਿੰਦਾ ਕਿ ਹੁਣ ਟਾਈਮ ਹੈ ਟੂ ਮੇਕ ਸਮ ਕਾਈਂਡ ਆਫ ਡਿਟੈਚਮੈਂਟ। ਜੋ ਸਟਰੈਸ ਜੋ ਕੁਛ ਸੀਗਾ ਹੁਣ ਪਿੱਛੇ ਰਹਿ ਗਿਆ, ਹੁਣ ਆਪਾਂ ਘਰ ਨੂੰ ਜਾ ਰਹੇ ਹਾਂ। ਮੈਂ ਗੁਰਬਾਣੀ ਦੀ ਕੋਈ ਕੈਸਟ ਲਗਾ ਲੈਣਾ, ਕੋਈ CD ਲਗਾ ਲੈਣਾ ਵਾ, ਜਾਂ ਆਪ ਪਾਠ ਕਰਨ ਲੱਗ ਜਾਂਦਾ ਵਾ। ਮੈਂ ਉਸ ਕਿਸਮ ਦੇ ਉਸ ਮੂਡ 'ਚ ਔਨ ਹੋ ਜਾਂਦਾ ਵਾ। ਫਿਰ ਹੌਲੀ ਹੌਲੀ ਕਾਰ ਲਿਆ ਕੇ ਡਰਾਈਵ ਵਿੱਚ ਖੜੀ ਕਰ ਦਿੰਦਾ ਵਾ। ਫਿਰ ਮੈਂ ਬਾਹਰ ਨਿਕਲਦਾ, ਬਾਹਰ ਨਿਕਲ ਕੇ ਲਿਟਰਲੀ ਤੌਰ 'ਤੇ ਆਪਣੇ ਮੋਢਿਆਂ ਤੋਂ ਕਹਿੰਦਾ ਵੀ ਸਾਰਾ ਸਟਰੈਸ, ਸਾਰਾ ਵਜਨ ਜਿਹੜਾ ਹੈਗਾ, ਇਟਸ ਯੂ ਸ਼ੁੱਡ ਸਟੇ ਹੇਅਰ in this car. I cannot take you inside my house. ਲਿਟਰਲੀ ਤੌਰ 'ਤੇ ਕਹਿੰਦਾ ਮੈਂ ਦੱਸਦਾ ਐਕਚੁਅਲੀ ਸਾਰਾ। ਫਿਰ ਮੈਂ ਅੰਦਰ ਜਾਣਾ, ਸਪੋਜ਼ ਕਰੋ ਬੈਲ ਕੀਤੀ ਜਾਂ ਦਰਵਾਜ਼ਾ ਖੋਲ੍ਹਿਆ ਅਤੇ ਇੱਕਦਮ ਅੰਦਰ ਆਵਾਜ਼ਾਂ ਆਈਆਂ ਵੀ ਆ ਜਾਓ ਆ ਜਾਓ, ਵੀ ਲੋੜ ਪੈ ਗਈ ਤੁਹਾਡੀ। ਮੈਂ ਉਹਨਾਂ ਨੂੰ ਕਹਿੰਦਾ ਵੀ ਜਸਟ ਰਿਲੈਕਸ। ਇਸ ਤਰ੍ਹਾਂ ਮੇਰੇ ਨਾਲ ਬਿਹੇਵ ਕਰੋ ਵੀ ਮੈਂ ਅਜੇ 10 ਮਿੰਟ ਘਰ ਨਹੀਂ ਆਇਆ, ਮਤਲਬ ਇਸ ਤਰੀਕੇ ਨਾਲ ਲੈ ਲਓ। ਜਸਟ ਆਈ ਐਮ ਨੋਟ ਆਸਕਿੰਗ ਟੂ ਮਚ, ਆਈ ਐਮ ਆਸਕਿੰਗ ਓਨਲੀ ਫॉर 10 or 15 minutes. ਲੈਟ ਮੀ ਰਿਲੈਕਸ ਲਿਟਲ ਬਿਟ। ਸਿੱਧਾ ਆਪਣੇ ਕਮਰੇ 'ਚ ਚਲਾ ਗਿਆ, ਬੈਡਰੂਮ ਵਿੱਚ ਚੇਂਜ ਕੀਤਾ, ਵਾਸ਼ਰੂਮ ਯੂਜ਼ ਕੀਤਾ, ਥੋੜ੍ਹੀ ਦੇਰ ਫਰੈਸ਼ ਹੋਇਆ ਥੋੜ੍ਹੇ। ਫਿਰ ਮੈਂ ਆਪਣੇ ਆਪ ਨੂੰ ਬਿਲਕੁਲ ਰੀਕਾਲ ਕਰਕੇ ਦੱਸਦਾ ਕਿ ਅੱਜ ਪੂਰੇ ਦਿਨ ਦੇ ਵਿੱਚ ਕਿਹੜੀ ਇੱਕ ਚੰਗੀ ਗੱਲ ਹੋਈ ਹੈ। ਉਹਨੂੰ ਯਾਦ ਕਰਦਾ, ਉਹ ਯਾਦ ਕਰਕੇ ਥੱਲੇ ਆ ਜਾਂਦਾ। ਅਤੇ ਉਹ ਕਹਿੰਦੇ ਵੀ ਆਹ ਗੱਲ, ਮੈਂ ਕਿਹਾ ਸਾਰੀਆਂ ਗੱਲਾਂ ਕਰਾਂਗੇ ਪਰ ਹੁਣ ਤੁਸੀਂ ਮੇਰੇ ਤੋਂ ਸੁਣੋ, ਅੱਜ ਚੰਗਾ ਕੀ ਹੋਇਆ, ਵਧੀਆ ਕੀ ਹੋਇਆ। ਅੱਜ ਅਸੀਂ ਫਲਾਂ ਬੱਚੇ ਦੀ ਉਹਨੂੰ ਐਡਮਿਟ ਕੀਤਾ ਸੀਗਾ, ਉਹਦੀ ਅੱਜ ਜਿਹੜੀ ਹੈ ਫਾਈਲ ਕੰਪਲੀਟ ਹੋ ਗਈ, ਉਹਨੂੰ ਅੱਜ ਅਸੀਂ ਡਿਸਚਾਰਜ ਕੀਤਾ ਐਂਡ ਹੀ ਵਾਜ਼ ਔਰ ਸ਼ੀ ਵਾਜ਼ ਏਬਲ ਟੂ ਡੂ ਦੈਟ ਸਟਫ। ਐਂਡ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ ਵੀ ਕੋਈ ਚੰਗੀ ਚੀਜ਼ ਸੁਣਾਓ ਮੈਨੂੰ। ਸੋ ਅਸੀਂ ਇਸ ਤਰੀਕੇ ਨਾਲ ਇੱਕ ਪੋਜ਼ੀਟਿਵ ਸਿਨੈਰੀਓ 'ਚ ਗੱਲ ਸ਼ੁਰੂ ਕਰਦੇ ਹਾਂ। ਅਤੇ ਜਦੋਂ ਦਾ ਅਸੀਂ ਇਹ ਸ਼ੁਰੂ ਕੀਤਾ ਕੰਮ ਕੁਝ ਸਾਲ ਪਿੱਛੇ ਤੋਂ, ਸਾਡਾ ਟੋਟਲੀ ਹਾਊਸ ਇਨਵਾਇਰਮੈਂਟ ਡਿਫਰੈਂਟ ਹੋ ਗਿਆ। ਸਾਰੀ ਬਾਣੀ ਗੁਣਾਂ ਨਾਲ ਭਰੀ ਹੈ ਅਤੇ ਗੁਣ ਨੇ ਰੱਬ ਜੀ ਦੇ। ਬੰਦਾ ਕਹਿੰਦਾ ਆਪਾਂ ਨੂੰ ਤਾਂ ਕੋਈ ਗੁਣ ਦਿਸਦੇ ਨਹੀਂ ਗੇ, ਬਾਣੀ ਕਹਿੰਦੀ ਉਹਦੇ ਗੁਣ ਵੇਖ, ਉਹਦਾ ਤਰਸ ਵੇਖ, ਉਹਦੀ ਮਿਹਰਾਮਤ ਵੇਖ। ਸੁਣ ਸੁਣ ਜੀਵਾਂ ਤੇਰੀ ਬਾਣੀ, ਤੂੰ ਇਸ ਬਾਣੀ ਨੂੰ ਸੁਣੇ ਨਾ, ਉਪਦੇਸ਼ਾਂ ਨੂੰ ਸੁਣ, ਵਾਰ ਵਾਰ ਪੜ੍ਹ ਸਮਝ, ਫਿਰ ਇਹੀ ਬਾਣੀ ਤੈਨੂੰ ਸਮਝਾਏਗੀ ਜ਼ਿੰਦਗੀ 'ਚ ਆਲੇ ਦੁਆਲੇ ਕਿੰਨਾ ਕੁਝ ਚੰਗਾ ਵਾਪਰ ਰਿਹਾ ਹੈਗਾ। ਕੈਨੇਡੀਅਨ ਇਨਵਾਇਰਮੈਂਟ 'ਚ ਰਹਿ ਰਹੇ ਹੋ, ਮੈਂ ਹੈਪੀ ਕੈਨੇਡਾ ਡੇ ਦੇ ਉੱਤੇ ਬਾਤ ਕਰ ਰਿਹਾ ਸੀਗਾ ਸ਼ੁਰੂਆਤ ਦੇ ਵਿੱਚ ਹੀ। ਐਟਲੀਸਟ ਹੋਰ ਕੁਛ ਨਹੀਂ, ਇੰਨਾ ਹੀ ਸੋਚੋ ਕਿਹੋ ਜਿਹੇ ਮੁਲਕ, ਕਿਹੋ ਜਿਹੇ ਮੁਬਾਲਿਕ ਦੇ ਅਸੀਂ ਵਾਸੀ ਹੈਗੇ। ਤੁਸੀਂ ਵਰਲਡ ਲੈਵਲ 'ਤੇ ਦੇਖੋ। ਫਿਰ ਉਸ ਤੋਂ ਬਾਅਦ ਸੈਕਿੰਡ ਲੈਵਲ 'ਤੇ ਆ ਜਾਓ, ਕਿਹੋ ਜਿਹੀ ਫੈਮਿਲੀ 'ਚੋਂ ਆ ਰਹੇ ਹਾਂ। ਥਰਡ ਲੈਵਲ 'ਤੇ ਆ ਜਾਓ, ਸਰੀਰ ਕਲਬੂਤ ਠੀਕ ਆ, ਇਹੋ ਜਿਹੀ ਪੈਂਡੈਮਿਕ ਵਿੱਚ ਵੀ ਸਭ ਤੋਂ ਬਚੇ ਹੋ। ਫਿਰ ਅਗਲੇ ਲੈਵਲ 'ਤੇ ਦੇਖੋ, ਅਪੋਰਚੁਨਿਟੀਜ਼ ਹੈਗੀਆਂ ਨੇ, ਸਮਾਂ ਹੈਗਾ, ਵਕਤ ਹੈਗਾ, ਕੀ ਕੁਛ ਕਰ ਸਕਦੇ ਹੋ। ਸੋ ਚੀਜ਼ਾਂ ਤਾਂ ਪਈਆਂ ਨੇ ਚਾਰ ਚੁਫੇਰੇ, ਜਸਟ ਵੀ ਹੈਵ ਟੂ ਪੇ ਅਟੈਂਸ਼ਨ, ਅਟੈਂਡ them properly. This is mindfulness. Once we have actually our mind toward the positiveness, toward the ਜਿਹੜੀਆਂ ਗੁੱਡੀ ਚੀਜ਼ਾਂ ਹੈਗੀਆਂ ਨੇ, ਅਤੇ ਫਿਰ ਆਪ ਕੁਦਰਤ ਜਿਹੜੀ ਹੈ ਨਵਾਜਣ ਨੂੰ ਤਿਆਰ ਹੈ। ਗੁਰੂ ਅਰਜਨ ਸਾਹਿਬ ਤੇ ਜ਼ਿਕਰ ਕਰਦੇ, ਮੇਰੀ ਅਰਦਾਸ ਇਹ ਹੈ ਮੈਂ ਇਸੇ ਚੀਜ਼ ਨੂੰ ਧਿਆਨ ਦੇਵਾਂ। ਸੁਣ ਸੁਣ ਜੀਵਾਂ ਤੇਰੀ ਬਾਣੀ, ਸ਼ੁਰੂਆਤੀ ਪਦ ਆਇਆ, ਤੁਧ ਚਿਤ ਆਏ ਮਹਾ ਆਨੰਦਾ। ਬਸ ਇਸ ਯਾਦ ਵਿੱਚ ਜੇ ਕਿਤੇ ਸੁਰਤ ਆ ਜਾਏ, ਫਿਰ ਹਾਈਐਸਟ ਪਲੈਜ਼ਰ ਆ ਜਿਹਨੂੰ ਕੋਈ ਮੈਜਰ ਨਹੀਂ ਕਰ ਸਕਦਾ।
तुद चित आए महा आनंदा। पर नाले भी जिस विसरै सो मर जाए। मौत फिजिकली तो एक दिन असी सारे ने एलिमीनेट हो जाना। इट्स नॉट ए बिग डील। बिग डील तो यह है जिउना। मौत कोई वड्डी चीज़ नहीं हैगी, ये तो आ ही जानी एक दिन। तुसी ना भी चाहोगे तो भी आ जानी है। गल तो है जियो, जिउना सीखो, स्ट्रगल करनी सीखो हर रोज़ उस रूप दे विच। ये एक्चुअल लैवल ते है। साहब जिक्र करते जिन्हों ये भुल गया जिउना किवें है, किस चीज़ नूं अटेंड करना है, किस पासे ध्यान देना है, वो समझो वो तो जिउंदा ही मर गया। ਉਹਦੀ बात की सब जिक्र करते जिस विसरै सो मर जाए, दयाल होवे जिस ऊपर करते सो तुद सदा त्याए। जिहदे ते तू तरस करदा आ ਉਹਦਾ ध्यान तेरे वाले पासे रहिंदा आ। ਉਹਨੂੰ तू नवा ही देना, ਉਹਨੂੰ तू बख्श देना, ਉਹਨੂੰ तू उस रूप दे विच जिहड़ा हैगा अपने नाल जोड़ लेना आ। अगला बचन है चरण धूड़ तेरे जन की होमा, तेरे दर्शन को बल जाए। अक्सर बाणी च लगातारता नाल ही असीं रोज़ शब्दां च विचार रहे हैं तो अज भी आ रहा बचन चरण धूड़ तेरे जन की होवा। जिहड़ा तेरा जन आ, देखो चंगे माड़े लोग हर समय हर वक्त हर जगह ते मौजूद ने, हर परिवार विच मौजूद ने। तुसीं माड़ियां नूं बहुती तरजीह दिओगे, उन्हां दी बहुती गल करोगे। अज दा सोशल मीडिया चक के देखो तुसीं, मोस्ट ऑफ द टाइम वी ट्राई टू डिस्कस बैड थिंग्स। तो ਉਹਦੇ ਨਾਲ ਕੀ है, माड़े नूं ज़्यादा लाइमलाइट च लैके आओगे, ਉਹਨੂੰ ਜਿਹੜਾ ਹੈਗਾ हाईलाइट करोगे, माड़ा ਵਧੇਗਾ। इस करके क्रेजीनेस ਜਿਹੜੀ दुनिया ਦੇ 'ਚ ਵੱਧ ਰਹੀ है। ਸਾਡੇ ਈਵਨ ਇੱਥੇ ਸਾਡੇ शहर ਦੇ ਵਿੱਚ बहुत सारे ਇਹੋ ਜਿਹੇ क्रेजी स्टंट करते लोग रोज़ किते ना किते। ये की है, एक इस ਇਹੋ ਜਿਹੀ चीज़ है ਜਿਹੜੀ ਇਹ ਸਾਰੇ ਦੇ ਵਿੱਚੋਂ निकल के आ रही है। जे असीं चंगी चीज़ नूं शेयर करांगे, चंगे वाले पासे ध्यान देवांगे, चंगियाई अच्छाई भी अपील करनी शुरू कर देगी। इत्थे साहब पातशाह जिक्र करते जिन्हां दे कोल चंगियाई है अच्छाई है, उन्हां दे चरनां दी धूड़ मत्थे नूं लावां। मेरे रोल मॉडल वो बन जाण, मेरी प्रेरणा वो बन जाण, मेरी उन्हां नाल सांझ बन जाए, एसोसीएशन बन जाए। ਉਹਦੀ बात की चरण धूड़ तेरे जन की होवां, तेरे दर्शन को बल जाई। तो फिर रब किते बाहर किसी होर कोई डेरा बना के तो बैठा नहीं। बाणी कह रही है साडे तुहाडे सब विच ही मौजूद है, सब मैं जोत जोत है सोए। जिन्हां दे विच वो रिफ्लैक्ट हुंदा, जिन्हां दी रियल मैं जिन्हां ने अटेन कर ली, अर्न कर ली हैगी है, उन्हां दे दीदार होण, उन्हां नूं वेख के मैनूं भी शुभ चेते आवे। ਉਹਦੀ बात हुई अमृत बचन हृदय उर धारी, आत्मक जीवन देने वाले बचन उर दे विच धारण करा, उन्हां नूं अडॉप्ट करा लगातार। तो किरपा ते संग तुहारा, तो किरपा ते संग पाई। तेरी उस तरस दे नाल मैनूं इहो जिहियां रूहां दा संग मिलिया रहे जिन्हां दे नाल मेरा जीवन कल्याण होए। फिर क्या अंतर की गत तुद पैसारी, तुद जेवड़ अवर ना, तुद जेवड़ अवर ना कोई। हे मालक मैं कुछ लुकोया नहींगा, मैं तेरे सामने पूरी गल कर दित्ती हैगी। जिन्हों कहने ओपन माइंडिड होकर कोई गलबात करनी। महाराज कहते अंतर की गत तुद पै सारी, समुची बात मैं तेरे अगे कह दी। ये हैगा चीज़ों को हाइड करना, लुकाउणा, ये सब ये कोई चंगी टेंडेंसी नहीं होंदी। बंदे नूं चंगा माड़ा सब बोलना चाहिए, दसना चाहिए। अज तो मॉडर्न साइकोलॉजी च सारी गल आ गई है बाहर। सानू कहा गया तुसी अपने गुरु नाल, अपने अकाल पुरख वाहिगुरू दे उस नाते नूं इस रूप स्थापित करो। होर किसी नूं नहीं बोल के दस सकते, अपने गुरु अगे अरदास करो, अपने आपे नूं दसो। गुरु अगे अरदासां करदे होए इस चीज़ तुहानूं हैल्प करेगी। इत्थे क्या अंतर की गत तुद पै सारी, तुद जेवड़ अवर ना कोई। तो तेरे वर्गा कोई होर हैल्पर है नहींगा धरती उत्ते मददगार। क्या जिसनों लाए लैं सो लागै भगत तुहारा सोई। जिन्हों तू अपने लड़ ला लवें, भगती दे राह ते ला लवें, असल च ओही तेरा भगत आ। बिल्कुल अंतले बचन ने दोए कर जोड़ मांगू एक दाना, साहिब तुठै पावां। मैं दोए कर जोड़, दोवें हथ जोड़ने इस तरीके नाल। ये साडे ईस्टर्न स्कूल ऑफ थॉट समुचे दे विच ही एक गैस्चर आ। जदों साडे कोल कुछ चारा ना होए असीं फिर हाथ जोड़ दिंदे हां, पिला फड़। जदों साडी सारे किस्म दे नाल साडे नूं लग जे कि साडे कोल होर कोई सोर्स नहीं हैगा, फिर असीं करते अगे हाथ जोड़िए। महाराज जिक्र करते दोए कर जोड़ मांगू एक दाना, मैं तेरे तो एक दान मंग रहा, मैं तेरे तो एक फेवर, एक तरस मंग रहा अपने आप वास्ते। साहिब तुठै पावां, तो मैनूं ये भी पता आ मेरे मंगन नाल नहीं मिलेगा, तेरे त्रुठन नाल मिलेगा। इसदा मतलब ये है, कई बार तुसीं देखिया होना कोई बच्चा कोई चीज़ मंगदा तो मंगण तो एकदम बाद हाइपर हो जाता है, आई वॉन्ट इट, आई नीड इट। मतलब वो जिहड़ा मंगण दा पहले लैवल ते एक
ਪਲੀ ਕਰਨ ਦਾ ਢੰਗ ਸੀਗਾ ਉਹ ਬਾਅਦ ਦੇ ਵਿੱਚ ਅਗਰੈਸ਼ਨ ਵਿੱਚ ਚੇਂਜ ਹੋਈ ਜਾਂਦਾ ਹੈਗਾ। ਸਾਡੀ ਬਹੁਤਿਆਂ ਦੀ ਹਾਲਤ ਹੈ ਅਸੀਂ ਇੰਪਲਸਿਵ ਹੋ ਜਾਂਦੇ ਹਾਂ, ਮਤਲਬ ਅਸੀਂ ਇੱਕਦਮ ਕਾਹਲੇ ਪੈ ਜਾਂਦੇ ਹਾਂ। ਬਾਕੀ ਇਹ ਮੈਂ ਅਰਦਾਸ ਕੀਤੀ ਹੈ, ਬਾਕੀ ਜੋ ਤੈਨੂੰ ਭਾਵੇ। ਅਤੇ ਕਈ ਵਾਰ ਇਹ ਵੀ ਹੁੰਦਾ ਛੋਟਾ ਜਿਹਾ ਬੱਚਾ ਮਾਂ ਨੂੰ ਕੁਝ ਕਹਿੰਦਾ ਹੈ ਅਤੇ ਮਾਂ ਨੂੰ ਲੱਗਦਾ ਕਿ ਨਹੀਂ ਨਹੀਂ ਇਹ ਚੀਜ਼ ਇਹਦੇ ਚੰਗੇ ਵਾਸਤੇ ਨਹੀਂ, ਇਹਨੂੰ ਕੁਛ ਹੋਰ ਦੇਣਾ ਆ। ਉਹ ਮਾਂ ਨੂੰ ਜ਼ਿਆਦਾ ਪਤਾ ਆ। ਅਤੇ ਜੇ ਬੱਚਾ ਜਿੱਦ ਕਰੀ ਜਾਏ ਉਸ ਤਰੀਕੇ ਨਾਲ, ਜਿਵੇਂ ਸਪੋਜ਼ ਕਰੋ ਛੋਟੇ ਹੁੰਦਿਆਂ ਕਈ ਵਾਰੀ ਚੀਜ਼ਾਂ ਹੁੰਦੀਆਂ। ਸਾਡੇ ਉੱਥੇ ਇੱਕ ਟੀਚਰ ਹੁੰਦੇ ਸੀਗੇ ਅਤੇ ਉਹਨਾਂ ਨੇ ਕਹਿਣਾ, ਕਹਿੰਦੇ ਛੋਟੇ ਹੁੰਦਿਆਂ ਨਾ ਮੇਰੀ ਮਾਂ ਬਾਪ ਨਾਲ ਬੜੀ ਲੜਾਈ ਹੋਣੀ। ਮੈਂ ਉਹਨਾਂ ਨੂੰ ਕਹਿਣਾ ਕਿ ਆਏ ਸਾਲ ਮੈਨੂੰ ਇਸ ਵਾਰੀ ਐਟਲੀਸਟ ਆਈ ਨੀਡ 5 ਕਾਮਿਕਸ ਬੁੱਕਸ। ਉਹਨਾਂ ਦੇ ਨਾਲ ਸ਼ਾਇਦ ਤੁਹਾਨੂੰ ਪਤਾ ਕਾਰਟੂਨਸ ਵਗੈਰਾ ਇੰਨੇ ਨਹੀਂ ਸੀ ਆਉਂਦੇ, ਲੋਕ ਜ਼ਿਆਦਾ ਕਾਮਿਕਸ ਪੜ੍ਹਦੇ ਹੁੰਦੇ ਸੀ। ਅਤੇ ਉਹਨਾਂ ਯੈਸ ਕਰਕੇ ਅਤੇ ਆਏ ਸਾਲ ਜਦੋਂ ਸਕੂਲ ਦੀਆਂ ਕਿਤਾਬਾਂ ਖਰੀਦਣੀਆਂ ਉਦੋਂ ਜਸਟ ਇੱਕ ਖਰੀਦਿਆ ਕਰਨੀ। ਮੈਂ ਪੂਰਾ ਸਾਲ ਉਹਨੂੰ ਹੀ ਵਾਰ-ਵਾਰ ਪੜ੍ਹਨਾ, ਉਹਨੂੰ। ਜਾਂ ਕਈ ਵਾਰੀ ਰੈਂਟਲ ਹੁੰਦੀਆਂ ਸੀ, ਉਹ ਰੈਂਟ 'ਤੇ ਮਿਲਦੀਆਂ ਸੀ, ਉਹ ਕਿਤੇ ਚੋਰੀ ਛੁਪੇ ਲੈ ਆਉਣਾ ਅਤੇ ਬੜਾ ਗੁੱਸਾ ਕਰਨਾ ਬਹੁਤ ਜ਼ਿਆਦਾ। ਕਹਿੰਦੇ ਅੱਜ ਜਦੋਂ ਇਸ ਪੋਜੀਸ਼ਨ 'ਤੇ ਹੈਗਾ ਆ, ਅੱਜ ਮੈਂ ਐਜ਼ ਏ ਟੀਚਰ ਪੋਸਟ ਜਿਹੜਾ ਹੈਗਾ ਉਹਨੂੰ ਅਟੇਨ ਕੀਤਾ ਹੈਗਾ, ਉੱਥੇ ਮੈਂ ਜੋਬ ਕਰ ਰਿਹਾ ਸਭ। ਅਤੇ ਹੁਣ ਮੈਂ ਕਹਿੰਦਾ ਮੈਂ ਜਿੰਨਾ ਥੈਂਕਸ ਕਰਾਂ ਓਨਾ ਘੱਟ ਆ ਉਹਨਾਂ ਵਾਸਤੇ। ਮੈਂ ਆਪਣੇ ਸਾਰੇ ਸਿਬਲਿੰਗਸ ਦੇਖਦਾ ਹਾਂ, ਆਪਣੇ ਕਜ਼ਨਸ ਦੇਖਦਾ, ਉਹਨਾਂ ਸਭ ਵਿੱਚੋਂ ਮੈਂ ਬੈਟਰ ਆਫ ਹਾਂ। ਇਸ ਕਰਕੇ ਕਿਉਂਕਿ ਉਹਨਾਂ ਨੇ ਮੇਰੀਆਂ ਗੱਲਾਂ ਨਹੀਂ ਸੁਣੀਆਂ, ਉਹਨਾਂ ਨੇ ਮੇਰੀ ਪੋਟੈਂਸ਼ੀਅਲ ਦੇਖੀ ਅਤੇ ਉਹਦੇ 'ਤੇ ਜਿਹੜਾ ਹੈਗਾ ਜ਼ਿਆਦਾ ਐਮਫਸਾਈਜ਼ ਕੀਤਾ ਹੈਗਾ। ਇੱਥੇ ਸਾਹਿਬ ਨੇ ਬਾਤ ਕੀਤੀ, ਉਹਦਾ ਤਰਸਿਆ, ਉਹਦੇ 'ਤੇ ਤੂੰ ਯਕੀਨ ਰੱਖਣਾ ਹੈ। ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਧੇ 8 ਪਹਿਰ ਗੁਣ ਗਾਵਾਂ। ਇਹ ਨਾਨਕ ਕਹਿ ਸਾਸ ਸਾਸ ਮੈਂ ਤੇਰੀ ਆਰਾਧਨਾ ਕਰਦਾ ਅਤੇ 8 ਪਹਿਰ ਗੁਣ ਗਾਵਾਂ। 8 ਪਹਿਰ ਹਰ ਵਕਤ ਮੀਨ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ, ਉਹਦੀ ਯਾਦ, ਉਹਦਾ ਅਹਿਸਾਸ ਸਾਡੀ ਸੁਰ ਤੋਂ ਕਦੀ ਨਾ ਜਾਵੇ। ਇਹੀ ਦਿਲੀ ਅਰਦਾਸ ਅਸੀਂ ਕਰਦੇ ਰਹੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਇੱਕ ਵਾਰ ਫਿਰ ਆਪ ਸਮੂਹ ਨੂੰ ਹੈਪੀ ਕੈਨੇਡਾ ਡੇ। ਮਾਲਕ ਬਖਸ਼ਿਸ਼ ਕਰੇ, ਇਸ ਮੁਲਕ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਇਸ ਮੁਲਕ ਦੇ ਬਾਸ਼ਿੰਦਿਆਂ ਨੂੰ ਜਿਹੜੀਆਂ ਇੱਥੋਂ ਦੀਆਂ ਵੈਲਿਊਜ਼ ਨੇ, ਜੋ ਕਿ ਮੈਂ ਪਹਿਲਾਂ ਬੇਨਤੀ ਕੀਤੀ ਕਿ ਬਿਲਕੁਲ ਸਿੱਖੀ ਦੇ ਪੈਰਲਲ ਹੁੰਦੀਆਂ ਨੇ, ਉਹਨਾਂ ਵੈਲਿਊਜ਼ ਨੂੰ ਜਿਹੜਾ ਹੈਗਾ ਪ੍ਰੈਕਟਿਸ ਕਰਨ ਦੀ, ਐਕਸਰਸਾਈਜ਼ ਕਰਨ ਦੀ ਤੌਫੀਕੀਅਤ ਦੇਵੇ। ਇਹ ਦਿਲੀ ਦੁਆ ਹੈ। ਇੱਥੇ ਸਮਾਪਤੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।